श्री वाहेगुरु साहिब जी। हर जस रे मना गाए ले, हर जस रे मना गाए ले। जो संगी है तेरो अवसर बीत्यो जात है। कहयो मान लै मेरो, सो कहो टल गुर सेवियै। अहनिस सहज सुभाए, दर्शन परसै गुरु कै। जन्म मरण दुख जाए, दर्शन परसै गुरु कै। जन्म मरण दुख जाए। सतनाम श्री वाहिगुरु साहिब जी। गौड़े महला नावा। साधो रचना राम बनाई, एक बिनसै एक अस्थिर मानै। अचरज लखियो ना जाई, साधो रचना राम बनाई। एक बिनसै एक अस्थिर मानै। अचरज लखियो ना जाई। रहाव काम क्रोध मोह बस प्राणी। हर मूरत बिसराई, झूठा तन साचा कर मान्यो। ज्यो सुपना रह नाई, जो दिसै सो सगल विनाशै। ज्यो बादर की छाई, जन नानक जग जानियो मिथ्या। रहयो राम सरनाई, जो दिसै सो सगल विनाशै। जो बादर की छाई, जन नानक जग जानियो मिथ्या। रहयो राम सरनाई। वाहिगुरु जी का खालसा, वाहिगुरु जी की फतेह। सच्चे पातशाह दीना बंधु किरपा दे सागर धन साहिब श्री गुरु ग्रंथ साहिब जी महाराज हजूर दी परम कृपालता सदका सतसंगत दीयां घड़ियां विच आपां जुड़ बैठे हाँ। धन गुरु तेग बहादुर सच्चे पातशाह जी महाराज हजूर दा पवित्र आगमन गुरपुरब शताब्दी पुरब जो 1 मई नूं आ रहा है। बहुत प्यार शरधा नाल सच्चे पातशाह जी का
ਅਵਤਾਰ ਗੁਰਪੁਰਬ ਮਨਾਉਣ ਵਾਸਤੇ ਪੰਥ ਵਿੱਚ ਬੜੇ ਉਤਸ਼ਾਹ ਨਾਲ ਤਿਆਰੀਆਂ ਹੋ ਰਹੀਆਂ ਨੇ। ਗੁਰਸਿੱਖ ਸੰਗਤਾਂ ਦੇ ਹੁਕਮ ਨੂੰ ਮੰਨਦਿਆਂ ਹੋਇਆਂ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦੀ ਲੜੀਵਾਰ ਕਥਾ ਦੀ ਕੱਲ ਆਰੰਭਤਾ ਹੋਈ ਸੀ। ਸੱਚੇ ਪਾਤਸ਼ਾਹ ਜੀ ਨੇ ਗੌੜੀ ਰਾਗ ਦੇ ਅੰਦਰ ਜੋ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਕੱਲ ਦੀ ਕਥਾ ਵਿੱਚ ਇੱਕ ਸ਼ਬਦ ਸੰਪੂਰਨ ਹੋਇਆ ਸੀ। ਮਹਾਰਾਜ ਸੱਚੇ ਪਾਤਸ਼ਾਹ ਜੀ ਅੱਗੇ ਜਿਵੇਂ ਬਖਸ਼ਿਸ਼ ਕਰਦੇ ਹੈ, ਹਜ਼ੂਰ ਦੀ ਸ਼ੁਭ ਸਿੱਖਿਆ ਨੂੰ ਕਮਾਉਣਾ, ਮਹਾਰਾਜ ਜੀ ਦੀ ਪਵਿੱਤਰ ਬਾਣੀ ਦਾ ਨਿਤਨੇਮ ਕਰਨਾ। ਜਦੋਂ ਸਤਿਗੁਰਾਂ ਜੀ ਦੇ ਅਵਤਾਰ ਗੁਰਪੁਰਬ ਆਉਂਦੇ ਹਨ, ਹਜ਼ੂਰ ਦੀ ਸਿੱਖਿਆ ਆਪਣੇ ਜੀਵਨ ਵਿੱਚ ਧਾਰਨ ਕਰਨਾ ਹੀ ਸਤਿਗੁਰਾਂ ਜੀ ਦਾ ਪੁਰਬ ਮਨਾਉਣਾ ਹੈ। ਜੇ ਮਹਾਰਾਜ ਦੀ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਧਾਰਨ ਨਾ ਕਰੀਏ ਤੇ ਸਮਾਗਮ ਵੀ ਕਰਨੇ ਚਾਹੀਦੇ ਹੈ, ਪਰ ਜੇ ਇਕੱਲੇ ਆਪਾਂ ਸਮਾਗਮ ਹੀ ਕਰੀਏ ਤੇ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਨੂੰ ਕਮਾਈਏ ਨਾ, ਫਿਰ ਉਸ ਪ੍ਰਬੰਧ ਵਿੱਚੋਂ ਜਿਹੜੇ ਸੁਣ ਕੇ ਕਮਾਉਂਦੇ ਆ ਉਹ ਲਾਭ ਉਠਾਉਂਦੇ ਆ, ਜਿਹੜੇ ਮਹਾਰਾਜ ਦੀ ਸਿਫਤ ਵਡਿਆਈ ਕਹਿ ਕੇ ਕਮਾਉਂਦੇ ਆ ਉਹ ਵੀ ਲਾਭ ਉਠਾਉਂਦੇ ਆ। ਜੇ ਆਪਾਂ ਕੇਵਲ ਪ੍ਰਬੰਧ ਹੀ ਕਰਦੇ ਰਹੀਏ ਤੇ ਕਮਾਈਏ ਨਾ, ਫਿਰ ਸਾਨੂੰ ਪੂਰਾ ਲਾਭ ਨਹੀਂ ਪ੍ਰਾਪਤ ਹੋ ਸਕਦਾ। ਸੱਚੇ ਪਾਤਸ਼ਾਹ ਜੀ ਦਾ ਅਵਤਾਰ ਗੁਰਪੁਰਬ ਮਨਾਇਆ ਤਾਂ ਹੀ ਵੱਡਾ ਸਫਲ ਆਏ। ਜੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਉਪਦੇਸ਼ ਕਮਾਈਏ ਵੀ, ਮਹਾਰਾਜ ਦੀ ਬਾਣੀ ਸੁਣੀਏ ਪਿਆਰ ਸ਼ਰਧਾ ਨਾਲ ਤੇ ਸਤਿਗੁਰਾਂ ਜੀ ਦੀ ਬਾਣੀ ਦਾ ਪਾਠ ਵੀ ਕਰੀਏ। ਸੱਚੇ ਪਾਤਸ਼ਾਹ ਜੀ ਮਹਾਰਾਜ ਜੋ ਪਵਿੱਤਰ ਉਪਦੇਸ਼ ਮਹਾਰਾਜ ਜੀ ਸਾਡੇ ਤਾਈਂ ਬਖਸ਼ਿਸ਼ ਕਰਦੇ ਹੈ, ਜੀਵਨ ਦੇ ਅੰਦਰ ਜੋ ਜੰਜਾਲ ਪੈ ਜਾਂਦੇ ਹੈ ਇਹ ਬੜੇ ਦੁਸਤਰ ਹਨ, ਬੜੇ ਕਠਿਨ ਹਨ। ਇਹਨਾਂ ਬੰਧਨਾਂ ਤੋਂ ਜੀਵ ਛੁੱਟ ਨਹੀਂ ਪਾਉਂਦਾ। ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਜੋ ਗਿਆਨ ਦੀ ਦਾਤ ਹੀ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਐਸਾ ਪਵਿੱਤਰ ਉਪਦੇਸ਼ ਦਿੰਦੇ ਹੈ ਜਿਹਦੇ ਨਾਲ ਮੋਹ ਦੇ ਬੰਧਨ ਟੁੱਟ ਜਾਂਦੇ ਹੈ, ਵਕਾਰਾਂ ਦਾ ਭਾਵ ਅੰਦਰੋਂ ਨਾਸ਼ ਹੋ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਕੱਲ ਦੇ ਉਪਦੇਸ਼ ਅੰਦਰ ਬਖਸ਼ਿਸ਼ ਕੀਤਾ ਸੀ ਕਿ ਉਸਤਤ ਨਿੰਦਾ ਦੋ ਤਿਆਗੈ, ਖੋਜੈ ਪਦ ਨਿਰਬਾਨਾ, ਜਨ ਨਾਨਕ ਇਹੋ ਖੇਲ ਕਠਨ ਹੈ, ਕਿਨਹੂ ਗੁਰਮੁਖ ਜਾਨਾ। ਇਹ ਬੜੀ ਔਖੀ ਖੇਡ ਹੈ, ਕੋਈ ਗੁਰਮੁਖ ਹੀ ਇਸ ਖੇਲ ਨੂੰ ਜਾਣਦਾ ਹੈ ਗੁਰੂ ਜੀ ਦੁਆਰਾ, ਤੇ ਫਿਰ ਪ੍ਰੇਮ ਦੀ ਖੇਲ ਨੂੰ ਖੇਲਦਾ ਹੋਇਆ ਮਹਾਰਾਜ ਦੇ ਦਰ ਸੁਰਖਰੂ ਹੋ ਜਾਂਦਾ ਹੈ, ਪ੍ਰਵਾਨ ਚੜ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਹ ਬੜਾ ਔਖਾ ਮਾਰਗ ਹੈ, ਬੜਾ ਦੁਸਤਰ ਮਾਰਗ ਹੈ। ਜਿਹਨੂੰ ਮੇਰਾ ਵਾਹਿਗੁਰੂ ਇਸ ਪ੍ਰੇਮ ਦੀ ਖੇਡ ਵਿੱਚ ਖਿਡਾਉਂਦਾ ਏ, ਉਹੋ ਹੀ ਖੇਡ ਕੇ ਤੇ ਪੂਰਨ ਹੋ ਜਾਂਦਾ ਹੈ, ਵਾਹਿਗੁਰੂ ਦੇ ਦਰ ਕਬੂਲ ਪੈ ਜਾਂਦਾ ਏ। ਸੱਚੇ ਪਾਤਸ਼ਾਹ ਜੀ ਅਗਲੇ ਸ਼ਬਦ ਵਿੱਚ ਮਹਾਰਾਜ ਜਿਵੇਂ ਸਿੱਖਿਆ ਦਿੰਦੇ ਹੈ, ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਸਤਿਗੁਰੂ ਜੀ ਦੇ ਪਾਵਨ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਨਾਵਾ।
ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਹਜੂਰ ਰਾਗ ਗੌੜੀ ਦੇ ਵਿੱਚ ਮਹਾਰਾਜ ਜੀ ਆਪਣੇ ਸ਼੍ਰੀ ਕੰਠ ਤੋਂ ਪਵਿੱਤਰ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਸਿੱਖਾਂ ਨੇ ਮਹਾਰਾਜ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਹੈ, ਸੱਚੇ ਪਾਤਸ਼ਾਹ ਜੀ ਇਹ ਸੰਸਾਰ ਦੀ ਰਚਨਾ ਕੋਈ ਕਿਸੇ ਤਰ੍ਹਾਂ ਮੰਨਦਾ ਹੈ, ਕੋਈ ਤੱਤਾਂ ਨੂੰ ਕਾਰਨ ਮੰਨਦਾ ਹੈ, ਕੋਈ ਕਰਮਾਂ ਨੂੰ ਕਾਰਨ ਮੰਨਦਾ ਹੈ, ਕੋਈ ਕਾਲ ਨੂੰ ਕਾਰਨ ਮੰਨਦਾ ਏ। ਮਹਾਰਾਜ ਆਪ ਕਿਰਪਾ ਕਰਕੇ ਦੱਸੋ ਇਹ ਜਿਹੜੀ ਰਚਨਾ ਹੈ ਇਹ ਕਿਵੇਂ ਬਣੀ ਹੈ ਸਾਰੀ। ਤੋ ਸੱਚੇ ਪਾਤਸ਼ਾਹ ਜੀ ਸਿੱਖਾਂ ਦੀ ਬੇਨਤੀ ਸੁਣ ਕੇ ਹਜੂਰ ਫਰਮਾਉਂਦੇ ਹਨ, हे ਸਾਧ ਪੁਰਖੋ ਸ੍ਰੇਸ਼ਟ ਜਨੋ, ਇਹ ਜਿਹੜੀ ਰਚਨਾ ਹੈ ਸੰਸਾਰ ਦੀ ਇਹ ਮੇਰੇ ਵਾਹਿਗੁਰੂ ਨੇ ਬਣਾਈ ਹੈ। ਰਮੇ ਹੋਏ ਰਾਮ ਨੇ ਆਪ ਰਚਨਾ ਨੂੰ ਰਚਿਆ ਹੈ, ਕਿਉਂਕਿ ਇਸ ਸਾਰੇ ਪਸਾਰੇ ਨੂੰ ਬਣਾਉਣ ਵਾਲਾ ਕੋਈ ਹੋਰ ਨਹੀਂ। ਜੇ ਆਪਾਂ ਮੰਨੀਏ ਕਿ ਤੱਤ ਕਾਰਨ ਨੇ ਤੇ ਫਿਰ ਤੱਤਾਂ ਦਾ ਕਾਰਨ ਕੌਣ ਹੈ? ਤੱਤਾਂ ਦਾ ਕਾਰਨ ਵੀ ਤਾਂ ਉਹ ਆਪ ਹੀ ਹੈ ਨਾ। ਕਾਲ ਕਾਰਨ ਹੈ ਤੇ ਕਾਲ ਦਾ ਕਾਰਨ ਕੌਣ ਹੈ? ਉਹ ਆਪ ਹੈ, ਵਾਹਿਗੁਰੂ। ਇਸ ਕਰਕੇ ਜਿੰਨੇ ਵੀ ਕਾਰਨ ਹਨ ਉਹਨਾਂ ਸਾਰਿਆਂ ਦਾ ਕਾਰਨ ਰੂਪ ਉਹ ਵਾਹਿਗੁਰੂ ਆਪ ਹੀ ਹੈ। ਕਾਰਜ ਰੂਪ ਵੀ ਆਪ ਹੈ, ਕਾਰਨ ਰੂਪ ਵੀ ਉਹ ਆਪ ਹੈ। ਸਤਿਗੁਰੂ ਜੀ ਕਹਿੰਦੇ ਨੇ, हे ਸ੍ਰੇਸ਼ਟ ਜਨੋ, ਇਹ ਜਿਹੜੀ ਰਚਨਾ ਹੈ ਸਾਰੀ ਕਾਇਨਾਤ ਦੀ ਇਹ ਮੇਰੇ ਰਮੇ ਹੋਏ ਰਾਮ ਨੇ ਵਾਹਿਗੁਰੂ ਨੇ ਆਪ ਬਣਾਉਣਾ ਕੀਤੀ ਆ। ਇਸ ਸੰਸਾਰ ਦੇ ਅੰਦਰ ਇੱਕ ਬਿਨਸ ਰਹੇ ਹੈ, ਆਪਣੀ ਆਯੂ ਨੂੰ ਭੋਗ ਕੇ ਸੰਸਾਰ ਤੋਂ ਜਾ ਰਹੇ ਹੈ। ਸਰੀਰ ਮਿਟਦੇ ਜਾ ਰਹੇ ਹੈ, ਦੇਹਾਂ ਪਰ ਰਬਤ ਦੇ ਮੁਤਾਬਕ ਆਪਣੀ ਆਯੂ ਭੋਗ ਕਰਕੇ ਸੰਸਾਰ ਨੂੰ ਛੱਡ ਰਹੇ ਹੈ, ਬਿਨਸ ਰਹੇ ਹੈ। ਇੱਕ ਬਿਨਸ ਹੈ, ਇੱਕ ਅਸਥਿਰ ਮਨ ਹੈ ਤੇ ਬਿਨਸਦਾ ਹੋਇਆ ਸਾਹਮਣੇ ਦੇਹ ਨੂੰ ਵੇਖਦੇ ਹੈ। ਦੇਹ ਵਿੱਚ ਹੀ ਰਹਿੰਦਾ ਹੋਇਆ ਜੀਵ ਫਿਰ ਆਪਣੇ ਆਪ ਨੂੰ ਅਸਥਿਰ ਮੰਨੀ ਬੈਠਾ ਹੈ। ਜਿੱਥੇ ਜਿਹੜੀਆਂ ਜ਼ਮੀਨਾਂ ਹਨ, ਜਾਇਦਾਦਾਂ ਹਨ, ਉਹਨਾਂ ਦਾ ਮਾਲਕ ਬਣਦਾ ਏ, ਬੜੇ ਜ਼ਿਆਦੇ ਦਾਅਵੇ ਕਰਦਾ ਏ, ਆਪਣਤ ਕਰਦਾ ਏ, ਕਿਉਂਕਿ ਉਹਦੇ ਮਨ ਅੰਦਰ ਇਹ ਭਰਮ ਹੈ ਕਿ ਮੈਂ ਇੱਥੇ ਸਦੀਵ ਰਹਿਣਾ ਹੈ। ਉਹਨੇ ਇਸ ਸਾਰੀ ਰਚਨਾ ਨੂੰ ਸਥਿਰ ਕਰਕੇ ਮੰਨਿਆ ਹੋਇਆ ਹੈ। ਪਰ ਮਹਾਰਾਜ ਕਹਿੰਦੇ ਤਾਂ ਸਾਰਾ ਪਸਾਰਾ ਜਿਹੜਾ ਉਹ ਚਲੇ ਜਾਣ ਵਾਲਾ ਹੈ, ਸਥਿਰ ਰਹਿਣ ਵਾਲਾ ਨਹੀਂ ਹੈ। ਅੱਖਾਂ ਦੇ ਸਾਹਮਣੇ ਜਾਂਦਾ ਹੋਇਆ ਸੰਸਾਰ ਦਿਸਦਾ ਏ, ਦੇਹਾਂ ਮਿਟਦੀਆਂ ਹੋਈਆਂ ਬਿਨਸਦੀਆਂ ਹੋਈਆਂ ਦਿਸਦੀਆਂ ਨੇ। ਇੱਕ ਬਿਨਸ ਰਿਹਾ ਹੈ, ਇੱਕ ਫਿਰ ਮਾਇਆ ਦੇ ਪ੍ਰਭਾਵ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਆਪਣੇ ਆਪ ਨੂੰ ਸਥਿਰ ਮੰਨ ਰਿਹਾ ਹੈ ਕਿ ਸੰਸਾਰ ਦੇ ਅੰਦਰ ਮੈਂ ਅਮਰ ਹਾਂ, ਅਟਲ ਹਾਂ। ਐਸਾ ਭਰਮ ਉਹਦੇ ਮਨ ਦੇ ਅੰਦਰ ਮਹਾਰਾਜ ਕਹਿੰਦੇ ਭਾਈ ਇਹ ਪਿਆ ਹੋਇਆ ਜੀਵਾਂ ਦੇ। ਇਹ ਜਿਹੜਾ ਮਹਾਰਾਜ ਭਰਮ ਕਿਉਂ ਹੈ? ਸਤਿਗੁਰੂ ਜੀ ਕਹਿੰਦੇ ਇਹ ਮਾਇਆ ਦਾ ਭੇਦ ਵੈ, ਇਹ ਮਾਇਆ ਦਾ ਪਰਦਾ ਵੈ, ਬੜਾ ਅਚਰਜ ਵੈ। ਇਹ ਲਖਿਆ ਨਹੀਂ ਜਾਂਦਾ ਹੈ, ਜੀਆਂ ਤੋਂ ਜਾਣਿਆ ਨਹੀਂ ਜਾਂਦਾ ਹੈ। ਦੇਹ ਵਿੱਚ ਰਹਿਣਾ ਨਹੀਂ, ਪਤਾ ਵੀ ਹੈ ਪਰ ਉਸ ਦਾ ਗਿਆਨ ਨਹੀਂ ਹੁੰਦਾ, ਜੀਵ ਨੂੰ ਸੋਝੀ ਨਹੀਂ ਪੈਂਦੀ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਸੁੱਤਾ ਪਿਆ ਮਨ ਜਾਗਦਾ ਹੀ ਨਹੀਂ, ਫਿਰ ਉਹਨਾਂ ਹੀ ਧੰਦਿਆਂ ਵਿੱਚ ਲੱਗਾ ਰਹਿੰਦਾ ਹੈ। ਜਿਨ੍ਹਾਂ ਧੰਦਿਆਂ ਨੂੰ ਕਰਦਿਆਂ ਹੋਇਆ ਕਿਸੇ ਦੀ ਦੇਹ ਛੁੱਟੀ ਹੈ, ਸੰਸਾਰ ਤੋਂ ਉਹ ਚਲਿਆ ਗਿਆ ਹੈ, ਮੁੜੇ ਸੰਸਾਰ ਵਿੱਚ ਫੇਰਾ ਹੀ ਨਹੀਂ ਪਾਉਣਾ, ਆਉਣਾ ਹੀ ਨਹੀਂ। ਜਿਸ ਨੇ ਦੇਹ ਛੁੱਟ ਗਈ ਹੈ ਤੇ ਦੂਸਰਾ ਫਿਰ ਆਪਣੀ ਦੇਹ ਨੂੰ ਸਦਾ ਰਹਿਣ ਵਾਲੀ ਮੰਨ ਰਿਹਾ ਹੈ। ਸੱਚੇ ਪਾਤਸ਼ਾਹ ਕਹਿੰਦੇ ਗੁਰਸਿੱਖੋ ਮਾਇਆ ਦਾ ਭੇਦ ਪਿਆ ਹੋਇਆ, ਮਾਇਆ ਦਾ ਪਰਦਾ ਪਿਆ ਹੋਇਆ, ਬੜਾ ਹੀ ਅਚਰਜ ਹੈ।
ਇਹ ਲਖਿਆ ਨਹੀਂ ਜਾਂਦਾ। ਵਾਹਿਗੁਰੂ ਦੇ ਸਰੂਪ ਨੂੰ ਲਖ ਨਹੀਂ ਪਾਉਂਦਾ ਹੈ, ਵਾਹਿਗੁਰੂ ਦੇ ਸਰੂਪ ਨੂੰ ਨਹੀਂ ਜਾਣਿਆ ਜਾਂਦਾ। ਇਹ ਮਾਇਆ ਦਾ ਭੇਦ ਜਿਹੜਾ ਨਾ, ਇਹ ਬੜਾ ਅਸਚਰਜ ਹੈ, ਇਹ ਜੀਵ ਨੂੰ ਸਮਝ ਨਹੀਂ ਪੈਂਦਾ ਹੈ। ਵਿਸ਼ਰਾਮ ਦੇ ਕੇ ਮਹਾਰਾਜ ਫਰਮਾਉਂਦੇ ਹਨ, ਮਹਾਰਾਜ ਇਹ ਭਰਮ ਛੁਟਕਦਾ ਕਿਉਂ ਨਹੀਂ? ਮਹਾਰਾਜ ਕਹਿੰਦੇ ਆ, ਗੁਰਸਿੱਖੋ, ਅਸਲ ਵਿੱਚ ਜਿਹੜਾ ਜੀਵ ਹੈ ਕਾਮ, ਕ੍ਰੋਧ ਤੇ ਮੋਹ ਦੇ ਵਸ ਪੈ ਗਿਆ ਹੈ। ਇਹ ਪ੍ਰਾਣਾਧਾਰੀ ਜੀਵ ਇਹਨਾਂ ਦੇ ਵਸ਼ੀਕਾਰ ਹੋ ਗਿਆ, ਇਹਨਾਂ ਦੇ ਅਧੀਨ ਹੋ ਗਿਆ ਹੈ। ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਇਹਨਾਂ ਦੇ ਵਸ ਪੈ ਗਿਆ, ਅਧੀਨ ਹੋ ਗਿਆ। ਇਸ ਕਰਕੇ ਮਹਾਰਾਜ ਕਹਿੰਦੇ ਮਾਇਆ ਦਾ ਭਰਮ ਜਿਹੜਾ ਨਾ, ਪਰਦਾ, ਉਹ ਬਾਹਲਾ ਜ਼ਿਆਦਾ ਗਾੜਾ ਹੋ ਗਿਆ। ਵਿਸ਼ੇ ਦੇ ਫੁਰਨੇ ਨਹੀਂ ਛੱਡਦੇ, ਕ੍ਰੋਧ ਕਰਕੇ ਬੁੱਧੀ ਜਿਹੜੀ ਆ ਉਹ ਕੰਮ ਹੀ ਨਹੀਂ ਕਰਦੀ, ਮੋਹ ਕਰਕੇ ਗਿਆਨ ਹੀ ਨਹੀਂ ਹੁੰਦਾ। ਤੇ ਜੀਵ ਜਦੋਂ ਇਹਨਾਂ ਦੇ ਵਸ਼ੀਕਾਰ ਹੋ ਗਿਆ ਹੈ, ਕਾਮ ਦੇ, ਕ੍ਰੋਧ ਦੇ ਤੇ ਮੋਹ ਦੇ, ਇਹ ਮਹਾਰਾਜ ਕਹਿੰਦੇ ਭਾਈ ਅਧੀਨ ਹੋ ਗਿਆ, ਕੈਦੀ ਹੋ ਗਿਆ ਇਹਨਾਂ ਦਾ। ਜੋ ਹਰੀ ਪਰਮੇਸ਼ਰ ਸਾਹਿਬ ਦੇ ਮਨ ਨੂੰ ਹਰਿਆਂ ਭਰਿਆਂ ਕਰਨ ਵਾਲਾ ਹੈ, ਉਹਦੀ ਪਿਆਰੀ ਮੂਰਤ, ਉਹਦਾ ਜਿਹੜਾ ਸਰੂਪ ਹੈ ਅਚਲ ਮੂਰਤ, ਉਸ ਨੂੰ ਪ੍ਰਕਾਸ਼ ਸਰੂਪ ਪਰਮੇਸ਼ਰ ਨੂੰ ਵਸਾਰ ਦਿੱਤਾ ਹੈ। ਗੁਰ ਮੂਰਤ, ਗੁਰ ਸ਼ਬਦ ਹੈ, ਗੁਰੂ ਜੀ ਦਾ ਸ਼ਬਦ ਇਸ ਨੇ ਵਸਾਰ ਦਿੱਤਾ ਹੈ, ਭੁਲਾ ਦਿੱਤਾ ਹੈ ਪਰਮੇਸ਼ਰ ਦੇ ਸਰੂਪ ਨੂੰ। ਇਹਨੂੰ ਚੇਤਾ ਕੀ ਹੈ? ਪਦਾਰਥਾਂ ਦਾ ਚੇਤਾ ਹੈ, ਸਰੀਰ ਦੇ ਰਸਾਂ ਦਾ ਚੇਤਾ ਹੈ, ਪਰ ਹਰ ਮੂਰਤ ਵਿਸਰਾਈ। ਵਾਹਿਗੁਰੂ ਦੀ ਪਿਆਰੀ ਮੂਰਤ ਜਿਹੜੀ ਹੈ ਉਹ ਇਹਨੇ ਵਿਸਾਰ ਦਿੱਤੀ ਹੈ, ਭੁਲਾ ਦਿੱਤੀ ਹੈ। ਵਾਹਿਗੁਰੂ ਦੇ ਸਰੂਪ ਦਾ ਚਿੰਤਨ ਕਰੇ ਤਾਂ ਹੀ ਤਾਂ ਮਾਇਆ ਦਾ ਪਰਦਾ ਹਟੇ। ਮਾਇਆ ਦਾ ਭਰਮ ਤਾਂ ਗਾੜਾ ਹੁੰਦਾ ਜਾਂਦਾ ਹੈ ਕਿਉਂਕਿ ਇਹ ਵਿਕਾਰਾਂ ਦੇ ਵਸ ਪੈ ਗਿਆ ਹੈ। ਜਿੰਨਾ ਚਿਰ ਵਿਕਾਰਾਂ ਦੇ ਵਸ ਰਹਿੰਦਾ ਨਾ, ਅਧੀਨ ਰਹਿੰਦਾ ਮਨ, ਤੇ ਕਹੇ ਮਾਇਆ ਹਟ ਜੇ, ਮਾਇਆ ਨਹੀਂ ਹਟ ਸਕਦੀ, ਉਹ ਤਾਂ ਸਗੋਂ ਪ੍ਰਬਲ ਹੁੰਦੀ ਜਾਂਦੀ ਹੈ। ਮਹਾਰਾਜ ਨੇ ਫਰਮਾਇਆ ਹੈ ਕਿ ਜੇ ਤੂੰ ਵਾਹਿਗੁਰੂ ਨੂੰ ਚੇਤਾ ਹੀ ਨਹੀਂ ਕਰਦਾ, ਪਰਮੇਸ਼ਰ ਦੇ ਪਿਆਰੇ ਸਰੂਪ ਨੂੰ ਦਿਲੋਂ ਭੁਲਾ ਹੀ ਛੱਡਿਆ, ਤੇ ਫਿਰ ਵਿਕਾਰਾਂ ਦੇ ਅਧੀਨ ਹੀ ਪਵੇਂਗਾ ਨਾ। ਵਾਹਿਗੁਰੂ ਜੀ ਦਾ ਚਿੰਤਨ ਹੀ ਤੈਨੂੰ ਵਿਕਾਰਾਂ ਤੋਂ ਮੁਕਤ ਕਰ ਸਕਦਾ ਹੈ, ਵਿਕਾਰਾਂ ਦੀ ਕੈਦ ਤੋਂ ਛੁਡਾ ਸਕਦਾ ਹੈ। ਵਾਹਿਗੁਰੂ ਦਾ ਚਿੰਤਨ, ਪਰਮੇਸ਼ਰ ਦੇ ਸਰੂਪ ਦਾ ਧਿਆਨ ਕਰੇਗਾ ਤੇ ਤੇਰੇ ਅੰਦਰ ਸਦਬੁੱਧੀ ਆਵੇਗੀ, ਚੰਗੀ ਸੋਝੀ ਤੇਰੇ ਅੰਦਰ ਆਵੇਗੀ, ਵਿਕਾਰਾਂ ਤੋਂ ਮੁਕਤ ਹੋਣ ਦਾ ਤੈਨੂੰ ਬਲ ਪ੍ਰਾਪਤ ਹੋਵੇਗਾ। ਤੇ ਫਿਰ ਜਦੋਂ ਤੂੰ ਵਿਕਾਰਾਂ ਤੋਂ ਆਜ਼ਾਦ ਹੋਇਆ, ਮਾਇਆ ਦਾ ਪਰਦਾ ਹਟੇਗਾ, ਵਾਹਿਗੁਰੂ ਦੇ ਸਰੂਪ ਨੂੰ ਵੇਖ ਸਕੇਗਾ, ਤੇ ਇਹ ਤੈਨੂੰ ਅਸਚਰਜ ਭੇਦ ਜਿਹੜਾ ਹੈ ਉਹ ਸਮਝ ਪੈ ਜਾਏਗਾ। ਫਿਰ ਤੈਨੂੰ ਪਤਾ ਲੱਗ ਜਾਣਾ ਕਿ ਸੰਸਾਰ ਤਾਂ ਸਭ ਮਿੱਥਿਆ ਏ, ਇਹਨੂੰ ਛੱਡ ਕੇ ਇੱਕ ਦਿਨ ਚਲੇ ਜਾਣਾ ਹੈ। ਕਿਉਂ ਇਹ ਤੇ ਮਿਹਰ ਕਰਨੀ ਹੈ, ਕਿਉਂ ਆਪਣਤ ਕਰਨੀ ਹੈ? ਝੂਠੀ ਮਿਹਰ ਤੇਰੇ ਅੰਦਰੋਂ ਛੁਟਕ ਜਾਵੇਗੀ। ਮਹਾਰਾਜ ਕਹਿੰਦੇ ਹੈ ਜੀਵ, ਇਹ ਪ੍ਰਾਣਾਧਾਰੀ, ਤੂੰ ਪਰਮੇਸ਼ਰ ਦੀ ਹਰੀ ਦੀ ਮੂਰਤ ਨੂੰ, ਉਹਦੇ ਸਰੂਪ ਨੂੰ ਵਿਸਾਰ ਦਿੱਤਾ, ਭੁਲਾ ਦਿੱਤਾ ਏ। ਇਹ ਜਿਹੜਾ ਤਨ ਸਰੀਰ ਹੈ, ਮਹਾਰਾਜ ਕਹਿੰਦੇ ਝੂਠਾ ਏ, ਪਰ ਇਹਨੂੰ ਸੱਚਾ ਕਰਕੇ ਮੰਨ ਲਿਆ ਹੈ। ਜੇ ਪਹਿਲੇ ਸੰਸਾਰ ਤੋਂ ਹੋ ਗੁਜਰੇ ਹੈ, ਉਹਨਾਂ ਦੀਆਂ ਦੇਹਾਂ ਰਹਿ ਗਈਆਂ, ਤੇ ਫਿਰ ਤਾਂ ਤੂੰ ਵੀ ਭਾਈ ਆਪਣੀ ਦੇਹ ਨੂੰ ਅਸਥਿਰ ਮੰਨ ਲੈ। ਪਰ ਜਦੋਂ 100 ਸਾਲ ਪਹਿਲਾਂ ਇਸ ਸੰਸਾਰ ਤੋਂ ਜਿਹੜੇ ਉਹ ਨਹੀਂ ਰਹੇ, ਹੁਣ ਜਿਹੜੇ ਜੀ ਰਹੇ 100 ਸਾਲ ਬਾਅਦ ਇਹ ਨਹੀਂ ਹੋਣਗੇ, ਇਹ ਤਾਂ ਚੱਲਦਾ ਪ੍ਰਵਾਹ ਹੈ ਸੰਸਾਰ ਦਾ। ਤਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹਨ, ਇਹ ਜਿਹੜਾ ਤਨ ਸਰੀਰ ਹੈ ਇਹ ਝੂਠਾ ਹੈ, ਪਰ ਇਹਨੂੰ ਤੂੰ ਸੱਚਾ ਕਰਕੇ ਮੰਨ ਲਿਆ ਹੈ, ਚਿਰੰਜੀਵੀ ਕਰਕੇ ਮੰਨ ਲਿਆ ਹੈ, ਸਦਾ ਰਹਿਣ ਵਾਲਾ ਕਰਕੇ ਸੱਚਾ ਮੰਨ ਲਿਆ ਏ। ਮਹਾਰਾਜ ਕਹਿੰਦੇ ਪਰ ਤਨ ਇਸ ਤਰ੍ਹਾਂ ਦਾ ਹੈ ਜਿਉ ਸੁਪਨਾ ਰਹਿ ਨਾਈ। ਰਾਤ ਦੇ ਸਮੇਂ ਜਿਹੜਾ ਤੈਨੂੰ ਸੁਪਨਾ ਆਈ ਆਉਂਦਾ ਹੈ ਨਾ, ਤੇ ਉਹ ਸੁਪਨਾ ਰਾਤ ਦਾ,
उदों तक ही सच्चा भासदा जदों तक तू सुपने विच हुंदा। ते जदों सुपना खुल जाता है सारा सुपना मिथ्या झूठ। उसे समय जदों जाग खुलदी है पता लग जाता है कि ये तां सुपना सीगा। ते की सुपने दी चीज नूं तू सच मन करके कदे बाहर प्रगट कीता है? सुपने विच बहुत ज्यादा अमीर हो गया होवे ते सुपने विच जिहड़ियां मोहरां प्राप्त होईयां, जिहड़ी माया प्राप्त होई सुपने विच लभी, उन्होंने प्रतख कदे खर्चिया ही? क्योंकि वो तो सुपने दी है, अणहोई है। तू प्रतख उहदे नाल लाभ नहीं उठा सकता है। सच्चे पातशाह जी कहते हैं ये तेरा तन शरीर बिल्कुल इहो जिहा है जिवें रात दा आया होया सुपना है। ये केवल तेनू अविद्या दी नींद दे विच ये महाराज कहते जिहड़ा सारा जगत है ना ये सुपना आया होया। सुपना वेख रहा तू सारा, सुपने दे ही माता पिता ने, सुपने दी तेरी देह है, सुपने दे तेरे मित्र संबंधी ने, सुपने दे ही तेनू सुख मिल रहे है, सुपने च ही दुखी हो के दुख भोग रहा है। ये जो कुछ संसार दी खेल है, जो सुपना और पेखना ऐसे जग को जान, इनमें कछ साचो नहीं, नानक बिन भगवान। सच्चे पातशाह कहते इहो जग ऐसा सुपने जैसा, जीवन सुपन समानम। ज्यों महाराज कहते ने सुपना रैन आई, जिवें रात दा सुपना आउंदा है ना, इस तरह तेरा ये तन है, शरीर है। सुपना बिनसन दे नाल ही खुलण दे नाल ही पता लगदा है। पर एक गल है, जिन्ना चिर सुपना आउंदा रहिंदा है, सुपने दे दौरान जीव नूं नहीं पता लगदा कि मैं सुपने विच हां। उदों जे सुपने विच रोण लग पे ते कई प्रतख ही रोण लग पैंदे आ। जे शेर दिस पे ते डर के दौड़दे, दौड़िया नहीं जांदा सुपने विच। जे हसन लग जे सुपने च, कई प्रतख ही हसन लग पैंदे आ। सुपना वेख रहा हुंदा है पर उन्होंने सुपना नहीं समझ रहा हुंदा, उस समय सच वरत रहा हुंदा। ते जो कुछ कईयां नूं प्रतीत हुंदा सुपने दे अंदर, प्रतख शरीर दे उत्ते त्रेलियां आ जांदियां हन। जिहड़ा नरपत एक संघासन सोया, सुपने भया भिखारी, अछत राज बिछरत दुख पाया, सोगत भई हमारी। भावें वो प्रमाण निज स्वरूप दे पहचानण तो है, पर वो सुपने दे विच भिखारी बन गया ना। महाराज कहते ये तन जिहड़ा तेरा शरीर है, जिवें रात दा सुपना अणहोया है, इस तरह तेरा शरीर अणहोया है। ना ये पहला सी, ना हुण है, ना बाद च होएगा। ते की इसदा तू मान करी बैठा है कि ये सदा रहेगा? सच्चे पातशाह कहते रचना जिहड़ी है ये बड़ी आश्चर्य है। इस रचना की सच्चाई गुरसिखो समझना करो। जिहड़ी रचना अखां नाल दिखाई दे रही है, जिवें कोई जादूगर दा तमाशा वेखदा ना, ते तमाशा उन्होंने इउं लगदा है कि बड़ा आश्चर्य कर रहा है, हैरानीजनक वेख करके ते फिर उहदे लई उन्होंने पैसे दिंदे आ। जे करके उन्होंने पता लग जाए कि ये सच्चाई की है इहदे पिछे, फिर उहदे ते कोई जिहड़ा है वो प्रभावित नहीं हुंदा। महाराज कहंदे संसार दे अंदर सारा तमाशा है, जीव दा मन प्रभावित हो रहा है। पेखना तमाशे नूं कहंदे, जिउं सुपना और पेखना। पेखना तमाशे नूं कहंदे, बाजीगर दा तमाशा। ते वेख वेख के मन प्रभावित हो रहा है, सुपने नूं सच मन रहा है, ते इहदे च ही दुख सुख भोगी जांदा है। दुख च दुखी हुंदा है, सुख च अपने आप नूं सुखी मनदा है। इउं सच्चे पातशाह जी कहंदे तन दी हालत इस तरह दी है, जिवें रात दा सुपना मिथ्या हुंदा है, झूठा हुंदा है। ये तेरा रात दा आया होया सुपने दी न्याई शरीर है, देह है, जिन्नू तू सच्ची मनी बैठा है। जो महाराज कहंदे अखां नाल दिस रहा ना तेनू, दृष्टमान है सगल मथेना। जो अखां नाल दिस रहा है वो सारा कुछ ही बिनसेगा, नाश होवेगा। हाँ ये गल वखरी है कि किसी दी उम्र किन्नी है, किसी दी उम्र किन्नी है,
जां ये जिहड़ियां इमारतां हन ये कदों गिरदियां ने, कदों इन्हां दी उमर पूरी हुंदी है। जो भी सानू दृश्यमान संसार दिसदा है, महाराज कहंदे सारा भाई नाशवंत है, बिनसन वाला है। हजूर ये संसार नूं फिर प्रमाण दिंदे आ जिवें बदल दी छां हुंदी है। बदल दी छां जिहड़ी वो सदा स्थिर नहीं रह सकदी ना, कदे हुंदी है कदे नहीं हुंदी है। इवें महाराज कहंदे संसार एक जिहा नहीं रह सकदा, ये संसार कदे हुंदा कदे नहीं हुंदा। इस करके जिहड़ी चीज स्थिर नहीं रह सकदी तूं उहदे विच क्यों चित लाया होया। परमेश्वर ने वाहिगुरू ने तैनूं बुद्ध पाई है, फिर बुद्ध दे अंदर ज्ञान दिता है ते तू अपनी ज्ञान दृष्टि नाल वेख कि संसार दे पदार्थां नूं तेरे तो पहला कोई नाल लै गया जां कि तू नाल लै जावेंगा। इस करके सच्चे पातशाह जी महाराज कहंदे है कि वड्डे वड्डे राजे हो गुजरे है संसार तो, वो कुछ अपने नाल नहीं लै करके गए ते तेरे नाल संसार विचों की चले जाएगा। तो इस करके अपने मन दे अंदर इस संसार दी बाबत ख्याल करना कर। हजूर कहंदे जिवें बदलां दी छां हुंदी है ना, वो स्थिर नहीं रहिंदी। जदों हवा वगदी है, हवा बदलां नूं उड़ा के कदे किधरे लै जांदी है, कदे किधरे लै जांदी है। इस तरह जदों जिहड़ी है पररबद दी हवा चलदी है ना, ते फिर जिहड़े तेरे कोल सुख हन, मायकी पदार्थ हन, वो पदार्थां रूपी बदल किधरे दे किधरे फिर उड़ के चले जाते हैं। पदार्थ जिहड़े वो सारे लै हो जाते हैं, नाश हो जाते हैं। यो सच्चे पातशाह जी कहंदे संसार ऐसा है, कैसा जिस तरह बदल दी छां है। बदल दी छां अणहोई हुंदी है, स्थिर नहीं रहिंदी, एक जी नहीं रहिंदी। इस तरह इस संसार दे पदार्थां दे सुख एक जे नहीं रहिंदे, जिन्हां विच तू अपना मन ला करके ते अपने आप नूं सुखी मन रहा है। हजूर रचना दी सच्चाई दसदे है। सिखां दे बेनती करन ते पुछण तो महाराज जी रचना दी सच्चाई गरीब नवाज सच्चे पातशाह ने दसी है कि साधो रचना राम बनाई। ये रचना वाहिगुरू ने बनाई है, पर कोई इनू रहन वाली मनी जांदा, अखां नाल बिनसदियां होया वेखदा भी है, पर फिर भी स्थिर मनदा है। ये माया दा बड़ा आश्चर्य भेद है। सच्चे पातशाह कहंदे जानिया नहीं जांदा। बदल दी छां वर्गी नाशवंत ये सारी संसार दी रचना है, देहां समेत। सच्चे पातशाह जी महाराज कहंदे भाई जिन्हां ने धन गुरु तेग बहादुर साहब जी फरमाउंदे है कि जगत नूं मिथ्या जानिया है। मिथ्या वो चीज हुंदी है जिहड़ी पहला भी ना होवे ते विचकार केवल दिसण मात्र दिसे ते बाद विच रहे ना, उहनूं मिथ्या कहंदे है। इस तरह संसार पहला भी नहीं सीगा, हुण केवल दिसण मात्र दिस रिहा, भरम करके प्रतीत हुंदा। सुपना इस तरह भरम करके प्रतीत हुंदा ना, इवें संसार भरम करके प्रतीत हुंदा ते बाद विच भी नहीं होवेगा। इस करके महाराज फरमाउंदे हन, थोड़ा दरवाजे नूं अगे हो जाओ। सच्चे पातशाह जी कहंदे ने जन नानक जग जानियो मिथ्या। जगत नूं भाई मिथ्या जान लो, ये झूठा है जान लो, सच्चा नहीं है। वाहिगुरू दी शरण पिया रहो, फिर तेनू ये सारा पर्दा हट जाएगा। रचना तेरे समझ पै जाएगी कि वाहिगुरू रचनहार ने ये सारी रचना बड़ी आश्चर्य रची है। ये तेनू रचना दी खेड़ पता लग जाएगी। पर राम दी शरण पिया रहो, परमेश्वर दी शरण पै, फिर महाराज कहंदे तो इस जगत नूं मिथ्या जान लेगा। तेन पता लग जाएगा कि सुपने दी वत सारा जगत है। सतगुरु जी गरीब नवाज धन गुरु तेग बहादुर साहब जी महाराज ये तीसरा शब्द कहंदे है राग गौड़ी दे अंदर। सच्चे पातशाह जी महाराज
ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੈ। ਸਿੱਖਾਂ ਨੇ ਰਹਾਉ ਦੀ ਪੰਕਤੀ ਪੜੋ। ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਪੁੱਛਦੇ ਆ, ਗਰੀਬ ਨਵਾਜ ਜੀ, ਇਹ ਨਾਮ ਵਿੱਚ ਸਾਡਾ ਚਿੱਤ ਨਹੀਂ ਲੱਗਦਾ, ਇਹ ਮਹਾਰਾਜ ਕਾਰਨ ਕੀ ਹੈ ਕਿ ਨਾਮ ਦੇ ਵਿੱਚ ਸਾਡੀ ਸੁਰਤ ਕਿਉਂ ਨਹੀਂ ਟਿਕਦੀ ਹੈ? ਮਹਾਰਾਜ ਸੱਚੇ ਪਾਤਸ਼ਾਹ ਸਿੱਖਾਂ ਨੂੰ ਉਹ ਕਾਰਨ ਦੱਸਦੇ ਆ। ਗਰੀਬ ਨਵਾਜ ਫਰਮਾਉਂਦੇ ਹਨ, ਮਹਾਰਾਜ ਜੀ ਕਹਿੰਦੇ, ਸਿੱਖੋ ਰਾਤ ਦਿਨ ਮਾਇਆ ਦੇ ਵਿੱਚ ਮਨ ਜਿਹੜਾ ਨਾ ਉਹ ਮਗਨ ਰਹਿੰਦਾ ਹੈ। ਮਗਨ ਕੀ? ਮਸਤ ਰਹਿੰਦਾ ਹੈ, ਨਸ਼ਾ ਚੜਿਆ ਰਹਿੰਦਾ ਹੈ। ਮਾਇਆ ਦਾ ਨਸ਼ਾ ਨਹੀਂ ਉਤਰਦਾ ਜੀਵ ਨੂੰ। ਜਦੋਂ ਨਸ਼ਈ ਪੁਰਖ ਹੋਵੇ ਉਹਨੂੰ ਕੋਈ ਸੋਝੀ ਥੋੜੋ ਰਹਿੰਦੀ ਹੈ, ਉਹਨੂੰ ਕੋਈ ਆਪਣੇ ਪਰਾਏ ਦੀ ਪਛਾਣ ਨਹੀਂ ਰਹਿੰਦੀ ਹੈ। ਸਮਾਜ ਦੇ ਅੰਦਰ ਉਹਦੇ ਕੋਲੋਂ ਢੰਗ ਨਾਲ ਜੀਵਨ ਵੀ ਨਹੀਂ ਜੀਵਿਆ ਜਾਂਦਾ। ਇਸੇ ਤਰ੍ਹਾਂ ਮਾਇਆ ਦੀ ਮਸਤੀ ਜਿਹੜੀ ਹੈ ਨਾ ਉਹ ਜੀਵਨ ਦੇ ਢੰਗਾਂ ਤੋਂ ਵੀ ਗੇਰ ਦਿੰਦੀ ਹੈ। ਚੰਗਾ ਸੁਚੱਜਾ ਜੀਵਨ ਜਿਹੜਾ ਉਹ ਜੀਵ ਨਹੀਂ ਜੀ ਸਕਦਾ ਜਿਹਨੂੰ ਮਾਇਆ ਦਾ ਨਸ਼ਾ ਚੜ ਜਾਂਦਾ ਹੈ। ਰਾਤ ਦਿਨ ਸੱਚੇ ਪਾਤਸ਼ਾਹ ਜੀ ਕਹਿੰਦੇ ਮਾਇਆ ਵਿੱਚ ਇਹ ਜੀਵ ਮਗਨ ਰਹਿੰਦਾ ਹੈ। ਮਸਤੀ ਇਹਨੂੰ ਮਾਇਆ ਦੇ ਜਿਹੜੀ ਹੈ ਨਸ਼ੇ ਦੀ ਚੜੀ ਰਹਿੰਦੀ ਹੈ। ਦੱਸੋ ਕਿਸ ਤਰ੍ਹਾਂ ਫਿਰ ਵਾਹਿਗੁਰੂ ਦੇ ਗੁਣ ਗਾ ਸਕਦਾ? ਲਿਵ ਕਿਵੇਂ ਲੱਗ ਸਕਦੀ ਹੈ? ਦੋ ਥਾਂ ਤੇ ਨਹੀਂ ਨਾ ਲੱਗ ਸਕਦੀ। ਲਿਵ ਤਾਂ ਜਾਂ ਫਿਰ ਨਾਮ 'ਚ ਲੱਗੂਗੀ ਜਾਂ ਮਾਇਆ 'ਚ ਲੱਗੀ ਹੋਈ ਹੈ। ਜੇ ਮਾਇਆ ਵਿੱਚ ਸੁਰਤ ਜੁੜੀ ਹੋਈ ਹੈ ਤੇ ਵਾਹਿਗੁਰੂ ਦੇ ਗੁਣ ਕਿਵੇਂ ਗਾ ਸਕਦਾ ਹੈ? ਪਰਮੇਸ਼ਰ ਨਾਲ ਚਿੱਤ ਕਿਵੇਂ ਭਿੱਜ ਸਕਦਾ ਹੈ? ਇਸੇ ਕਰਕੇ ਵਾਹਿਗੁਰੂ ਦੇ ਸਰੂਪ ਵਿੱਚ ਇਸ ਦਾ ਮਨ ਨਹੀਂ ਲੱਗਦਾ, ਸਤ ਸੰਗਤ ਕਰਨ ਵਿੱਚ ਇਸ ਦਾ ਮਨ ਨਹੀਂ ਲੱਗਦਾ। ਮਹਾਰਾਜ ਜੀ ਫਰਮਾਉਂਦੇ ਹਨ ਕਿ ਇਹ ਮਾਇਆ ਦਾ ਨਸ਼ਾ ਹੈ, ਮਾਇਆ ਦੀ ਮਸਤੀ ਹੈ। ਜਿਹਦੇ ਕੋਲ ਬਹੁਤ ਜ਼ਿਆਦੀ ਮਾਇਆ ਹੁੰਦੀ ਹੈ, ਜਵਾਨੀ ਹੁੰਦੀ ਹੈ, ਸੁੰਦਰ ਸਰੂਪ ਹੁੰਦਾ ਹੈ, ਤੇ ਉਹ ਫਿਰ ਵਿਕਾਰਾਂ ਤੋਂ ਬਚ ਜਾਵੇ। ਕਿਸੇ ਪ੍ਰਕਾਰ ਵੀ ਉਹਦੇ ਕੋਲੋਂ ਵਿਕਾਰਾਂ ਦੇ ਕੋਲੋਂ ਨਹੀਂ ਬਚਿਆ ਜਾਂਦਾ। ਉਹ ਵਿਕਾਰਾਂ 'ਚ ਮੱਤ ਉਹਦੀ ਖੱਚਤ ਹੋ ਹੀ ਜਾਂਦੀ ਹੈ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹਨ, ਹਾਂਜੀ ਪਿਛਲੀ ਪੰਕਤੀ ਬੋਲੋ। ਅਹਨਿਸ ਮਗਨ ਰਹਿ ਮਾਇਆ ਮੈਂ। ਰਾਤ ਦਿਨ ਮਾਇਆ ਵਿੱਚ ਮਸਤੀ ਇਹਨੂੰ ਚੜੀ ਰਹਿੰਦੀ ਹੈ। ਦੱਸੋ ਮਹਾਰਾਜ ਪ੍ਰਸ਼ਨ ਕਰਕੇ ਪੁੱਛਦੇ ਆ, ਕਿਸ ਤਰ੍ਹਾਂ ਗੁਣ ਗਾ ਸਕਦਾ ਵਾਹਿਗੁਰੂ ਦੇ? ਗੁਣ ਨਹੀਂ ਵਾਹਿਗੁਰੂ ਦੇ ਉਸ ਕੋਲੋਂ ਗਾਏ ਜਾਂਦੇ। ਸੱਚੇ ਪਾਤਸ਼ਾਹ ਜੀ ਕਹਿੰਦੇ ਕਿਵੇਂ ਗਾ ਸਕਦਾ? ਨਹੀਂ ਗਾ ਸਕਦਾ ਜਿਹਨੂੰ ਮਾਇਆ ਦਾ ਪਿਆਰ ਲੱਗਾ ਹੋਇਆ ਹੈ, ਮਾਇਆ ਦਾ ਨਸ਼ਾ ਜਿਹਨੂੰ ਚੜਿਆ ਹੋਇਆ ਹੈ। ਪੁਰਾਣੀ ਜੀਵ ਨੂੰ ਹਰੀ ਜਸ ਮਨ ਵਿੱਚ ਭਾਉਂਦਾ ਨਹੀਂ, ਚੰਗਾ ਨਹੀਂ ਲੱਗਦਾ। ਕਿਉਂ ਨਹੀਂ ਲੱਗਦਾ? ਕਿਉਂਕਿ ਉਸ ਨੂੰ ਮਾਇਆ ਦੇ ਪਦਾਰਥ ਚੰਗੇ ਲੱਗਦੇ ਆ, ਉਹਨੂੰ ਵਿਸ਼ੇ ਵਿਕਾਰ ਚੰਗੇ ਲੱਗਦੇ ਆ, ਸਰੀਰ ਦੇ ਰਸਾਂ ਵਿੱਚ ਖੁੱਭਿਆ ਹੋਇਆ ਹੈ। ਇਸ ਕਰਕੇ ਹਰੀ ਜਸ ਮਨ ਵਿੱਚ ਉਸ ਨੂੰ ਚੰਗਾ ਨਹੀਂ ਲੱਗਦਾ। ਜੇ ਕਰਕੇ ਕੋਈ ਕਿਸੇ ਨੂੰ ਫਿਲਮ ਵੇਖਣੀ ਹੋਵੇ ਤਾਂ ਸਾਰਾ ਦਿਨ ਹੀ ਭਾਵੇਂ ਵੇਖੀ ਜਾਵੇ, ਟੀਵੀ ਥੱਕਦਾ ਨਹੀਂ। ਸੰਗਤ ਕਰਨੀ ਹੈ, ਸੁਖਮਨੀ ਸਾਹਿਬ ਦਾ ਪਾਠ ਕਰਨਾ ਹੈ ਤਾਂ ਝਾਟੀ ਨੀਂਦ ਆਉਣ ਲੱਗ ਜਾਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਹਰੀ ਦਾ ਜਸ ਮਨ ਵਿੱਚ ਆਉਂਦਾ ਨਹੀਂ, ਭਾਵ ਭਾਉਂਦਾ ਨਹੀਂ, ਚੰਗਾ ਨਹੀਂ ਲੱਗਦਾ ਹੈ। ਉਹਦਾ ਮਨ ਮੰਨਦਾ ਨਹੀਂ, ਬੈਠਾ ਹੋਇਆ ਵੀ ਤਰਲੇ ਹੀ ਮਾਰਦਾ ਰਹਿੰਦਾ। ਸੰਗਤ ਵਿੱਚ ਜੇ ਬਹਿਣਾ ਵੀ ਪੈ ਜੇ ਤਾਂ ਰਾਤ ਦਿਨ ਮਾਇਆ ਵਿੱਚ ਮਗਨ ਰਹਿੰਦਾ ਹੈ, ਮਾਇਆ ਦੀ ਮਸਤੀ ਚੜੀ ਰਹਿੰਦੀ ਹੈ। ਦੱਸੋ ਕਿਸ ਤਰ੍ਹਾਂ ਮਹਾਰਾਜ ਕਹਿੰਦੇ ਭਾਈ ਗੁਣ ਗਾ ਸਕਦਾ? ਗੁਣ ਨਹੀਂ ਵਾਹਿਗੁਰੂ ਦੇ ਉਸ ਕੋਲੋਂ ਗਾਏ ਜਾਂਦੇ। ਵਿਸ਼ਰਾਮ ਦੇ ਕੇ ਮਹਾਰਾਜ ਫਰਮਾਉਂਦੇ ਹਨ, ਪੁੱਤਰ ਮਿੱਤਰ ਮਾਇਆ ਦੀ ਮਮਤਾ। ਮਹਾਰਾਜ ਕਹਿੰਦੇ ਭਾਈ ਪੁੱਤਰਾਂ ਵਿੱਚ ਮੇਰ ਕਰਦਾ ਹੈ, ਫਿਰ ਮਿੱਤਰਾਂ ਦੇ ਨਾਲ ਬੜਾ ਖੇਲਦਾ ਮਲਦਾ ਰਹਿੰਦਾ ਹੈ, ਉਹਨਾਂ ਵਿੱਚ ਹੀ ਜੀ ਪਰਚਿਆ ਰਹਿੰਦਾ ਹੈ। ਸਤਿਗੁਰੂ ਜੀ ਫਰਮਾਉਂਦੇ ਹਨ, ਪੁੱਤਰ ਮਿੱਤਰ ਤੇ ਮਾਇਆ ਦੀ ਮਮਤਾ ਮੇਰ।
माया नूं अपना समझना, इहदे ते मेहर करनी मायकी पदार्थां ते पुत्रां ते मित्रां विच चित्त जिहड़ा खुभिया रहिंदा है। ये महाराज कहंदे विधियां ने अपने आप नूं बना लैंदा है। पुत्र मोह विच वज जांदा है, मित्रां दे प्रेम विच वज जांदा है ते मायकी पदार्थां दी मेहर विच वज जांदा है। जदों इन्हां चीज़ां उत्ते मेहर करदा है, अपणत करदा है, सतगुरु जी कहंदे भाई इहनूं बंधन पै जांदे है। इन्हां बंधनां करके ही इहदे कोलों भजन नहीं हुंदा। ये बंधन ही इहनूं टिकण नहीं दिंदे, सत्संगत नहीं करन दिंदे। ये बंधनां विच महाराज कहंदे वज जांदा है, जिस करके वाहिगुरू जी दा स्वरूप नहीं इहदे अंदर वसदा, नाम नहीं इहदे कोलों जपिया जांदा। ये जिहड़ा जगत है हजूर कहंदे मृग तृष्णा दी तरह झूठा है। गुरसिखो मृग तृष्णा उहनूं कहंदे आ जदों मारू थल दे विच हिरन पानी पीण लई दूर तकदे आ ते गर्मी नाल जदों पख लगदे आ ते उहनां नूं पानी प्रतीत हुंदा है, ते जदों प्यास नाल तड़फदा हिरन उत्थे जांदा दौड़ के, पर उत्थे पानी हुंदा नहीं, ते वेखदा फिर उत्थे खलो के होर अगे उन्हें होर अगे पानी प्रतीत हुंदा, उधर नूं दौड़ पैंदा। जदों उत्थे पहुंचदा पानी उत्थे भी नहीं हुंदा, क्योंकि पानी हुंदा ही नहीं असल विच, उन्हें प्रतीत हुंदा है कि उत्थे पानी है। इस तरह सच्चे पातशाह जी कहंदे जगत दे सुख जीव नूं प्रतीत हुंदे है जदों अपनी जिंदगी विच अगाह नूं वेखदा है, सोचदा है कि इन्नी माया इकट्ठी कर ली फिर सुखी हो जाएंगे। सुख रूपी जल प्रतीत हुंदा है दूर के, इन्ने सालां बाद इन्नी मेहनत कर ली, पुत्र विआह ले, फिर इन्नी जायदाद बना ली, सुखी हो जाएंगे। जदों उत्थे पहुंचदा है, उथों पहुंच के फिर इनू अगे सुख प्रतीत होण लग जांदा है कि नहीं हुण पोतियां दा कारज आ पिया है, इन्हां दी पढ़ाई वेखणी है, हुण इन्हां दे सुखां दा ख्याल भी मैनू रखना पवेगा, कारोबार होर वड्डा होवे। जदों उत्थे पहुंचदा बड़े कारोबार हो जांदे है, बड़े घर वड्डे पै जांदे है, चंगा धन माल पदार्थ इकट्ठा हो जांदा है, फिर भी सुख नहीं हुंदा। इसे करके महाराज कहा कि पुत्र कलत्र लक्ष्मी धन माया, इसते कहो कब न सुख पाया। दसो भई इन्हां तो किन सुख पाया है। मृग तृष्णा ज्यों झूठो इहो जग। महाराज कहंदे मृग तृष्णा दी तरह ये जगत झूठा है, सच्चा नहीं है। मृग तृष्णा दा पानी उत्थे पहलों भी नहीं सीगा, ना बाद च होना। जो पहलों ही नहीं हैगा तो बाद च की होना। ते केवल प्रतीत मात्र दिसदा है, केवल अखां नाल दिखाई दिंदा है, प्रतीत हुंदा है। इवें ही माया दे पदार्थ दे सुख जिहड़े है ना, ये प्रतीत हुंदे है। मृग तृष्णा दे जल दी तरह ना ये पहलों सीगे ना हुण हैगे, प्रतीत हो रहे केवल। ते फिर गां की होणगे, ये केवल मन दा भरम है। महाराज ने इसे करके इस संसार नूं मृग तृष्णा दा सच्चे पातशाह जी ने जल कहा। बहुत सच्चे पातशाह जी का ऐसा उपदेश कि सारे जंजालों तो छुट जे जीव दे मन च वस जे तां, सारे दुखों तो ही छुट जावे जे मन च वस जे तां। महाराज कहंदे भाई मृग तृष्णा दी तरह झूठा है ये सारा संसार। तास भाव ओनू पानी नू वेख करके उठ के दौड़दा है ना हिरन, इसे तरह मायकी पदार्थां रूपी उस मृग तृष्णा दे जल दी न्याई उठ उठ के जीव दौड़दे है। रात जे सोवै दिन करहे काम, एक खिन लेह न हर को नाम। दौड़दे उठ उठ के पर सुखी हुंदे नहीं। दौड़दे दौड़दे दम तोड़ जांदा हिरन, प्यासा मर जांदा तड़फ तड़फ के, पर पानी नहीं उसनूं मिलदा। इस तरह संसार दे जीव मायकी सुखां दे पिछे दौड़ दौड़ के खप जांदे है, पर सुख नहीं मिलदा। तड़फ तड़फ के बेचारे मर जांदे है, पर प्यास नहीं बुझदी। सच्चे पातशाह कहंदे देख तास उठ धावै। जिस तरह तास तिस पानी नूं वेख करके उठ के हिरन धाउंदा है ना, दौड़दा है, इसे तरह जीव रूपी हिरन मायकी पदार्थां नूं
पदार्थां दे सुखां रूपी पानी नूं वेख वेख करके उठ उठ के दौड़ते है, रात दिन ही भजे फिरते है कि माया किवें बाली मिले, किवें अमीर होइए ते सुखी हो जाइए। नहीं पता कि सतसंगत करिए, गुरु जी दी सिक्खी कमाइए, प्रभु का नाम जपीए, फिर सुख हो सकेगा। इस गल का भेद नहीं पता। महाराज कहते भाई ताश देख ताश उठ धावै, ते इस पदार्थ नूं उठ उठ के धौंदे है दौड़ते है, पर सुख नहीं मिलता है। भुगत सारे पदार्थां दा ते महाराज कहते भाई सारियां मुक्तियां दा कारण कौन है? मायकी पदार्थ तो नहीं ना। इस संसार दे जो कुछ सानू सुख दिसदे है, इन्हां दे नाल ते ना सारा कुछ प्राप्त हुंदा। ना इन्हां नाल सुख मिलदा है, ना इन्हां नाल मुक्ति मिलदी है। महाराज सच्चे पातशाह कहंदे भुगत मुक्त का कारण स्वामी। ओ वाहिगुरु आप सारी मुक्तियां दा अते सारे भुगत पदार्थां दे सुखां दा कारण आप है। सारियां रिद्धियां सिद्धियां उहदे नाम दे करके प्राप्त हो जांदियां। कारण है वो, क्योंकि उहदे नाम नूं जपीए ते फिर ये दातां प्राप्त हुंदियां। महाराज फरमाउंदे हन मालक आप वाहिगुरु सारे पदार्थां दे सुखां दा कारण है। सारे पदार्थ उहदे नाम नाल प्राप्त हो जांदे है ते उहदे स्वरूप दी अभेदता केवल मुक्ति दी दात भी महाराज कहंदे भाई वाहिगुरु दे नाम नाल प्राप्त हुंदी है। सारे सुखां दा इस संसार दे उतों उधार होण दा कारण केवल ते केवल एक वाहिगुरु आप है, उहदा नाम है। ਇਹ ਜਿਹੜਾ ਮੂਰਖ ਵੈ ਨਾ ਜੀਵ, ਤਿਸ ਪਰਮੇਸ਼ਰ ਦੇ ਤਾਈ ਹੀ ਇਸ ਨੇ ਵਿਸਾਰ ਦਿੱਤਾ ਹੈ, ਭੁਲਾ ਦਿੱਤਾ ਹੈ। ਵਾਹਿਗੁਰੂ ਦੇ ਨਾਮ ਨੂੰ ਜਪਦਾ ਨਹੀਂ ਹੈ ਪਰਮੇਸ਼ਰ ਦਾ ਨਾਮ, ਜਿਸ ਦੇ ਨਾਮ ਜਪਣ ਨਾਲ ਸਾਰੇ ਹੀ ਸੁੱਖ ਮਿਲ ਜਾਂਦੇ ਆ ਲੋਕ ਪਰਲੋਕ ਦੇ। ਜਿਹਦਾ ਨਾਮ ਜਪਣ ਨਾਲ ਮੋਕਸ਼ ਦੀ ਦਾਤ ਪ੍ਰਾਪਤ ਹੁੰਦੀ ਹੈ। धर्म अर्थ काम मोक्ष चारे ही पदार्थ प्राप्त हो जाते हैं। कह कबीर तुम समरथ दाते, चार पदार्थ देत न बार। ऐसे महाराज कहते दयालु कृपालु वाहिगुरु नूं जो सारियां ही दातां दा कारण मैं मूढ़ता है बिसरावै। इस मूर्ख जीव ने विसार दिता, उस वाहिगुरु नूं भुला दिता है। हजूर कहते हैं धन गुरु तेग बहादुर साहब जी महाराज के हे गुरसिखो करोड़ां विचों कोई विरला ही वाहिगुरु दे भजन दी दात नूं प्राप्त करदा है। परमेश्वर दे नाम दे जपण दी प्रीत नूं प्राप्त करदा है। कोई करोड़ां विचों महाराज कहंदे भाई विरला है जिहड़ा वाहिगुरु दे प्यार नूं पा करके निहाल हुंदा है। धन गुरु तेग बहादुर सच्चे पातशाह जी महाराज बख्शिश करते हैं राग गौड़ी दे अंदर। सच्चे पातशाह जी महाराज नूं सिखां ने पुछया राव दी पंक्ति पढ़ो। सच्चे पातशाह जी महाराज नूं पुछदे आ महाराज जी ये जिहड़ा मन है ये महाराज काबू च किवें आउंदा है? ये महाराज मन नहीं वस आउंदा, इहदा कारण की है? इहनूं किवें काबू कीता जा सकदा है? तो सतगुरु जी मन दी जिहड़ी है ना तस्वीर वो साडे सामने रखदे है कि मन की है, ये मन काबू च क्यों नहीं आउंदा, ये मन ठहरदा क्यों नहीं, ये चंचल क्यों है, भटकदा क्यों रहिंदा है? तो सतगुरु जी फरमाउंदे हन शुरू तो पढ़ो ना। सच्चे पातशाह जी महाराज कहते साधो इहो मन गहियो ना जाए। महाराज कहते ने हे साधो श्रेष्ठ जनो महात्मा जनो, ये जिहड़ा मन है ना ये गहिया नहीं जाता, भाव पकड़िया नहीं जाता। जिवें पारे दे उत्ते उंगल रखण दा यतन करिए ना ते पारा जिहड़ा उंगल दे थल्ले नहीं आउंदा, पासे नूं निकल जाता है। इसे तरह जिहड़ा मन है ना ये
वाहिगुरु दे प्यार रूपी उंगल दे थल्ले नहीं आउंदा, पारे दी तरह कदे फुरने च उधर नूं निकल जांदा, कदे फुरने च उधर नूं निकल जांदा। नाम जपदा ही नहीं है मन। जपण भी बैठ जे ना शरीर करके तां भी ये मन नहीं नाम जपदा, एडा अवैधताइयां करदा है। संगत करन लई बैठ जावे तां भी इहदा शरीर नहीं टिकदा, धौण कदे उधर नूं चुकदा, कदे उधर नूं चुकदा, कदे एकाग्रता रखदा नहीं कि बाहरों भी शरीर अडोल होवे ते तां ही तां मन अडोल हो सके ना। इस करके महाराज जी कहंदे हन, हे साधु जनो, ये जिहड़ा मन है ना, ये गहिया नहीं जांदा, पकड़िया नहीं जांदा। बड़े बड़े ऋषि मुनि जिहड़े आ हार गए, पारसनाथ वर्गे चिखा बना के सड़ के मर गए, पर मन नहीं गहिया जांदा, मन पकड़िया नहीं जांदा है। ये जिहड़ी तृष्णा है ना, महाराज कहंदे इहनूं चंचल कर रही है। जदों हुण हवा लगदी है ते पत्ते तां ही हिलदे हैं ना, जदों हवा चलदी है निशान साहब दा फरला तां ही लहराउंदा ना। ये महाराज जी सानू प्रमाण दिंदे है कि हर वेले दे अंदर तृष्णा दी हनेरी चलदी रहिंदी है, जिस करके ये पित्तल जिहड़ा पिपल हुंदा उहदे पत्ते दी करुंबली वांगू इहदा हर वेले चित डोलदा ही रहिंदा है। मन हर वेले फुरनियां विच हिलदा ही रहिंदा, फुरने करदा ही रहिंदा, क्योंकि अंदर वासना दी हवा चल रही है। वो हवा नहीं रुकदी, इहदा डोलना नहीं मुकदा। तो सच्चे पातशाह जी कहंदे चंचल तृष्णा संग बसत है, इहदे नाल रहिंदी हर वेले चंचल करन वाली। चंचल हुंदा हर वेले हिलना, जिवें गोली है निशाने ते पहुंच जांदी है, घोड़ा दबदे जिवें जिहड़ा स्विच ऑन करदिआं ही लाइट जिहड़ी आ उसे वेले जग पैंदी है। ये सारियां चीज़ां तेज मन्नियां, पर मन इहदे नालों भी किते तेज है। पगां बिन हुरियां मारता, बदने बिर खिर खिर हासता। बिना पैरां तो ही चल के कदी किते देश विच पहुंच जांदा है, कदे किते पहुंच जांदा है। वो क्यों? क्योंकि इहदे अंदर तृष्णा वस रही है। चंचल तृष्णा संग बसत है। इनू चंचल करने वाली तृष्णा जिहड़ी इहदे नाल रहिंदी है, वो वासना इहदे कोलों छुटदी नहीं। वो किसी प्रकार जिहड़े अंदर फुरने आ फिर हटदे नहीं। हर वेले मन जिहड़ा वो चंचल होया रहिंदा है। या ते इस करके महाराज कहंदे टिकिया नहीं रहिंदा है। इहदे कोलों जिहड़ा एकागर नहीं फिर मन कीता जांदा, क्योंकि इनू कोई ना कोई संकल्प फुरदा है। भुख अंदरों मिटदी नहीं, पदार्थां दी तृष्णा बुझदी नहीं, जिस करके फुरने ते फुरने मन करी जांदा है। मन जिहड़ा हो कई प्रकार दे संकल्प विकल्प उठाउंदा ही रहिंदा है। या ते थिर ना रहाई, महाराज कहंदे भाई टिकदा नहीं। इस करके विश्राम दे के महाराज फरमाउंदे हन, फिर महाराज कहंदे जिहड़ा बड़ा कठन बड़ा औखा है ना क्रोध, क्रोध नहीं जित्या जांदा, वो घट ही के भीतर इस मन दे अंदर विच वस रहा है। वो क्रोध जिहड़ा वो इहने धारण कीता होया, जिस करके बुद्धि इहदी काम ही नहीं करदी। फिर ज्ञान इहनूं जिहड़ा है वो आउंदा ही नहीं। ज्ञान की रोशनी होवे तो फिर कुछ अपने भले लिए सोच सके ना। जिहड़ा कठन बड़ा ही दुखदाई बड़ा ही औखा वो क्रोध है। महाराज कहंदे जिहड़ा भाई जिहड़ा जित्या नहीं जांदा, क्रोध नूं महाराज जी ने चंडाल का दर्जा दिता है, क्योंकि ये चंडालां वर्गे काम करा दिंदा जीव दे कोलों। तो इस करके सच्चे पातशाह जी कहंदे बड़ा कठन है, बड़ा औखा है, बड़ा दुस्तर है। ये जिहड़ा घट ही के भीतर हृदय दे विच ही महाराज कहंदे भाई वड़िया पिया है, जिसने सारी माती मार छड्डी है, सारी अकल ही भुला छड्डी है, सारी इनू कोई ज्ञात ही नहीं रहन दिती है। जदों क्रोध आउंदा उदों किथे ज्ञात रहिंदी है, किथे अकल रहिंदी है, शुद्ध काम ही नहीं करदी है। महाराज कहंदे जिस कठन क्रोध ने इहदी सारी चंगी मत विसार दिती है, भुला दिता है। इनू स्वरूप दा ज्ञान कुछ भी चेते नहीं है।
ਜਿਹੜਾ ਗਿਆਨ ਰੂਪੀ ਰਤਨ ਹੈ ਨਾ ਉਹ ਸਾਰਾ ਹੀ ਹਿਰ ਲਿਆ ਹੈ, ਚੁਰਾ ਲਿਆ ਹੈ ਕ੍ਰੋਧ ਨੇ। ਇਸ ਮਤ ਦੇ ਅੰਦਰ ਬੜੇ ਸੋਹਣੇ ਜਿਹੜੇ ਆ ਨਾ ਮਤ ਵਿੱਚ ਰਤਨ ਜਵਾਹਰ ਮਾਣਕ, ਤੇ ਉਹ ਪ੍ਰਾਪਤ ਕਿਵੇਂ ਹੁੰਦੇ ਆ? ਜੇ ਇੱਕ ਗੁਰ ਕੀ ਸਿੱਖ ਸੁਣੀ, ਜੇ ਗੁਰੂ ਸਾਹਿਬ ਜੀ ਦੀ ਸਿੱਖਿਆ ਸੁਣੇ, ਮਹਾਰਾਜ ਜੀ ਦਾ ਉਪਦੇਸ਼ ਸੁਣੇ, ਤਾਂ ਕਰਕੇ ਉਹ ਰਤਨ ਅੰਦਰ ਪ੍ਰਗਟ ਹੋਣ। ਤੇ ਪਰ ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿੱਤ ਜੜਾਓ। ਉਹ ਗਿਆਨ ਰਤਨ ਜਿਹੜਾ ਨਾ ਉਹ ਇਸ ਨੂੰ ਚੇਤਾ ਹੀ ਨਹੀਂ। ਜਦੋਂ ਹੀਰੇ ਜਵਾਹਰਾਤ ਫਿਰ ਅੰਦਰ ਪ੍ਰਕਾਸ਼ ਹੋਵੇ ਤਾਂ ਫਿਰ ਦਿਸਦਾ ਹੈ ਉਹ ਸਾਰੇ ਕੁਝ ਰਤਨ। ਕੋਠੜੀ ਖੁੱਲੀ ਅਨੂਪਾ, ਸਤਿਗੁਰ ਸ਼ਬਦ ਉਜਾਰੋ ਦੀਪਾ। ਗਿਆਨ ਦਾ ਦੀਪਕ ਜਦੋਂ ਜਗਾਈਏ ਤੇ ਫਿਰ ਅੰਦਰ ਰਤਨਾਂ ਦੀ ਅਮੋਲਕ ਕੋਠੜੀ ਜਿਹੜੀ ਹੈ ਨਾ ਉਹ ਉਜਾਗਰ ਹੋ ਜਾਂਦੀ ਹੈ, ਲੱਭ ਪੈਂਦੀ ਹੈ। ਤੇ ਮਹਾਰਾਜ ਜੀ ਕਹਿੰਦੇ ਹਨ, ਜਿਹੜਾ ਗਿਆਨ ਰੂਪੀ ਰਤਨ ਹੈ ਨਾ ਉਹ ਸਾਰਾ ਕੁਝ ਹੀ ਇਸ ਕ੍ਰੋਧ ਨੇ ਹਿਰ ਲਿਆ ਹੈ, ਚੁਰਾ ਲਿਆ ਹੈ। ਗਿਆਨ ਨਹੀਂ ਜੀਵ ਨੂੰ ਹੋਣ ਦਿੰਦਾ, ਸੋਝੀ ਨਹੀਂ ਪੈਣ ਦਿੰਦਾ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਅਮੋਲਕ ਰਤਨ ਨੇ ਪਿਆਰ ਦਾ ਰਤਨ ਅੰਦਰ ਛੁਪਿਆ ਪਿਆ ਹੈ। ਫਿਰ ਇਸ ਪ੍ਰਕਾਰ ਬੈਰਾਗ ਦਾ ਰਤਨ ਅੰਦਰ ਛੁਪਿਆ ਪਿਆ ਹੈ। ਇਹ ਸਾਰਿਆਂ ਤੋਂ ਜੀਵ ਵਾਂਝਾ ਰਹਿ ਜਾਂਦਾ ਹੈ। ਜਦੋਂ ਮਹਾਰਾਜ ਕਹਿੰਦੇ ਭਾਈ ਇਹ ਕ੍ਰੋਧ ਇਹਦੀ ਮੱਤ ਵਿਸਾਰ ਦਿੰਦਾ ਹੈ, ਭੁਲਾ ਦਿੰਦਾ ਹੈ, ਤੇ ਗਿਆਨ ਰੂਪੀ ਅਮੋਲਕ ਰਤਨ ਨੂੰ ਇਹ ਮਹਾਰਾਜ ਕਹਿੰਦੇ ਭਾਈ ਵਿਸਾਰ ਬੈਠਦਾ ਏ। ਤੇ ਇਸ ਕ੍ਰੋਧ ਦੇ ਨਾਲ ਮਹਾਰਾਜ ਕਹਿੰਦੇ ਕੋਈ ਵਸ ਨਹੀਂ ਜੀਵ ਦਾ ਚੱਲਦਾ, ਕੋਈ ਜ਼ੋਰ ਨਹੀਂ ਚੱਲਦਾ। ਜਦੋਂ ਕ੍ਰੋਧ ਇਹਨੂੰ ਆਪਣੇ ਵਸੀਕਾਰ ਕਰਦਾ ਹੈ ਤੇ ਜੀਵ ਕਠਪੁਤਲੀਆਂ ਦੀ ਤਰ੍ਹਾਂ ਨੱਚਦੇ ਆ। ਇਹਦੇ ਅੰਦਰ ਜਿਹੜਾ ਹੈ ਇਹ ਜਿਵੇਂ ਬਾਂਦਰ ਨੂੰ ਨਾਚ ਕਰਾਉਂਦਾ ਨਾ ਕਲੰਦਰ, ਇਸ ਤਰ੍ਹਾਂ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਇਉਂ ਫਿਰ ਜੀਵ ਕ੍ਰੋਧ ਦੇ ਅੱਗੇ ਨੱਚਦਾ ਹੈ, ਜਿਵੇਂ ਮਰਕਟ ਬਾਂਦਰ ਨੂੰ ਨਚਾਇਆ ਜਾਂਦਾ ਹੈ। ਇਸ ਤਰ੍ਹਾਂ ਇਹ ਕ੍ਰੋਧ ਦੇ ਅੱਗੇ ਜਿਹੜਾ ਹੈ ਫਿਰ ਇਹ ਕ੍ਰੋਧ ਦਾ ਭਰਮਾਇਆ ਹੋਇਆ ਜਿਹੜਾ ਇਹ ਜੀਵ ਇਹ ਫਿਰ ਨਾਚ ਕਰਦਾ। ਜਥਾ ਮਰਕਟ ਹੈ, ਮਰਕਟ ਬਾਂਦਰ ਦੀ ਤਰ੍ਹਾਂ ਇਹ ਨਾਚ ਕਰਦਾ ਹੈ। ਇਹਦਾ ਕੋਈ ਵਸ ਨਹੀਂ, ਕੋਈ ਜ਼ੋਰ ਨਹੀਂ ਚੱਲਦਾ ਹੈ। ਜਿਹੜੇ ਜੋਗੀ ਪੁਰਖ ਵੈ ਉਹ ਸਾਰੇ ਮਛੰਦਰਨਾਥ ਵਰਗੇ ਵੀ ਸਾਰੇ ਯਤਨ ਕਰ ਕਰਕੇ ਹਾਰ ਗਏ ਆ, ਥੱਕ ਗਏ ਹਨ। ਬੜਾ ਯਤਨ ਕੀਤਾ ਗੋਰਖਨਾਥ ਨੇ, ਮਛੰਦਰਨਾਥ ਨੇ ਮਨ ਨੂੰ ਵਸ ਕਰਨ ਵਾਸਤੇ। ਜਿਹੜੇ ਗੁਣੀ ਪੁਰਖ ਵੈ ਉਹ ਵਾਹਿਗੁਰੂ ਦੇ ਗੁਣਾਂ ਨੂੰ ਗਾ ਰਹੇ ਆ। ਇਉਂ ਮਹਾਰਾਜ ਕਹਿੰਦੇ ਜੋਗੀਆਂ ਨੇ ਯੋਗ ਸਾਧਨਾ ਕਰ ਕਰਕੇ ਮਨ ਦੇ ਉੱਤੇ ਜਿਹੜਾ ਹੈ ਨਾ ਵਸ ਕਰਨ ਦਾ ਯਤਨ ਕੀਤਾ ਹੈ, ਕ੍ਰੋਧ ਨੂੰ ਜਿਹੜਾ ਨਾਸ਼ ਕਰਨ ਦਾ ਯਤਨ ਕੀਤਾ ਹੈ। ਪਰ ਜੋਗੀ ਵੀ ਥੱਕ ਗਏ ਆ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਮਨ ਨੂੰ ਵਸ ਨਹੀਂ ਕਰ ਸਕੇ ਹਨ। ਗੁਣੀ ਪੁਰਖ ਜਿਹੜੇ ਆ ਗੁਣਾਂ ਨੂੰ ਗਾ ਰਹੇ ਹਨ। ਸਤਿਗੁਰੂ ਗਰੀਬ ਨਵਾਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਜਿਨ੍ਹਾਂ ਉੱਤੇ ਮੇਰਾ ਵਾਹਿਗੁਰੂ ਦਇਆਲੂ ਹੋਇਆ, ਕਿਰਪਾਲੂ ਹੋਇਆ ਏ, ਤਾਂ ਸਾਰੇ ਢੰਗ ਤਰੀਕੇ ਫਿਰ ਬਣ ਆਉਂਦੇ ਆ। ਫਿਰ ਤਾਂ ਕੰਧਾਂ ਵੀ ਉਪਦੇਸ਼ ਦੇਣ ਲੱਗ ਪੈਂਦੀਆਂ ਜਦੋਂ ਵਾਹਿਗੁਰੂ ਸਹਾਇਤਾ ਕਰਨ ਆਪ। ਜਦੋਂ ਪਰਮੇਸ਼ਰ ਹੀ ਦਇਆ ਕਰੇ ਨਾ ਤਾਂ ਮਹਾਰਾਜ ਕਹਿੰਦੇ ਫਿਰ ਇਹ ਮਨ ਕਾਬੂ ਆਉਂਦਾ। ਗੁਰਸਿੱਖੋ ਫਿਰ ਮਨ ਦੇ ਵਿੱਚੋਂ ਕ੍ਰੋਧ ਨਾਸ਼ ਹੁੰਦਾ ਹੈ, ਨਹੀਂ ਤੇ ਮਤ ਮਾਰ ਛੱਡਦਾ ਕ੍ਰੋਧ ਜੀਵ ਦੀ। ਕੋਈ ਇਹਨੂੰ ਸੋਝੀ ਨਹੀਂ ਆਉਣ ਦਿੰਦਾ। ਮਤ ਦੇ ਅੰਦਰ ਇਹੋ ਜਿਹੇ ਸੋਹਣੇ ਰਤਨ ਜਵਾਹਰ ਮਾਣਕ ਇਹਨੂੰ ਦਿਸਦੇ ਹੀ ਨਹੀਂ ਹਨ, ਪ੍ਰਾਪਤ ਨਹੀਂ ਕਰ ਪਾਉਂਦਾ ਹੈ। ਜਦੋਂ ਮੇਰਾ ਵਾਹਿਗੁਰੂ ਦਿਆਲੂ ਹੁੰਦਾ ਹੈ, ਕਿਰਪਾ ਦੇ ਘਰ ਵਿੱਚ ਆਉਂਦਾ ਹੈ, ਉਦੋਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਫਿਰ ਇਹਨੂੰ ਇਹ ਦਾਤ ਪ੍ਰਾਪਤ ਹੁੰਦੀ ਹੈ। ਅਖੀਰਲੀ ਪੰਕਤੀ ਪੜ੍ਹ ਦਿਓ। ਜਦੋਂ ਹਰੀ ਵਾਹਿਗੁਰੂ ਆਪ ਕਿਰਪਾ ਕਰਕੇ ਦਿਆਲੂ ਹੁੰਦੇ ਆ, ਮਿਹਰ ਕਰਦੇ ਹਨ, ਤਾਂ ਸਾਰੀਆਂ ਵਿਧੀਆਂ ਮਹਾਰਾਜ ਕਹਿੰਦੇ ਭਾਈ ਉਦੋਂ ਸਫਲੀਆਂ ਹੋ ਜਾਂਦੀਆਂ। ਉਦੋਂ ਸਾਰੇ ਢੰਗ ਤਰੀਕੇ ਬਣ ਆਉਂਦੇ ਆ। ਜਿਹੜਾ ਵੀ ਕੋਈ ਯਤਨ ਕਰੀਏ ਫਿਰ ਬਹੁਤ ਮਨ ਇਕਾਗਰ ਹੋ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਵਾਹਿਗੁਰੂ ਆਪ ਮਿਹਰ ਕਰਦੇ ਆ,
ये गरीब नवाज सतगुरां जी ने पवित्र उपदेश बख्शिया। हजूर रहमत करन, महाराज जी का पवित्र उपदेश हृदय च वसे, होइयां भुलां बख्श लैणियां जी। जतन करत सब हारे, गुनी रहे गुण गाए। जन नानक हर भय दयाला, तो सब बिद बन आए। वाहेगुरु जी का खालसा, वाहेगुरु जी की फतेह। तेग बहादुर सिमरिया, गुरु तेग बहादुर सिमरिया। गुरु तेग बहादुर सिमरिया, गुरु तेग बहादुर सिमरिया। गुरु तेग बहादुर सिमरिया, गुरु तेग बहादुर सिमरिया। गुरु तेग बहादुर सिमरिया, गुरु तेग बहादुर सिमरिया। घर नौ निद आवै ताए, घर नौ निद आवै ताए। घर नौ निध आवै ताए, घर नौ निध आवै ताए। घर नौ निद आवै ताए, घर नौ निद आवै ताए। घर नौ निध आवै ताए, घर नौ निध आवै ताए। सब थाई होए सहाय, सब थाई होए सहाय। थाई होए सहाय, सब थाई होए सहाय। सब थाई होए सहाय, सब थाई होए सहाय। थाई होए सहाय, सब थाई होए सहाय। वाहेगुरु जी का खालसा, वाहेगुरु जी की फतेह।